ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਅੱਜ ਦਾ ਸ਼ੋਅ ਬਹੁਤ ਹੀ ਖਾਸ ਰਹੇਗਾ ਜੀ। ਕੈਨੇਡਾ ਨੂੰ ਲੈ ਕੇ ਗੱਲਬਾਤ ਕਰਾਂਗੇ। ਕੈਨੇਡਾ ਬਾਰੇ ਕੋਈ ਵੀ ਜਾਣਕਾਰੀ ਤੁਸੀਂ ਚਾਹੁੰਦੇ ਹੋ ਡਾਇਰੈਕਟਲੀ ਕਾਲ ਕਰ ਸਕਦੇ ਹੋ। ਤੁਹਾਡੇ ਹਰ ਸਵਾਲ ਦਾ ਜਵਾਬ ਦੇਣ ਲਈ ਮੇਰੇ ਨਾਲ ਮੌਜੂਦ ਨੇ CFC ਤੋਂ ਗੁਰਪ੍ਰੀਤ ਜੀ। ਗੁਰਪ੍ਰੀਤ ਜੀ, ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਾ ਮੈਂ ਚਾਹੁੰਦਾ ਕਿਊਬੈਕ ਤੋਂ, ਕਿਉਂਕਿ ਬੜਾ ਹੀ ਹੌਟ ਟੌਪਿਕ ਹੈ ਜੀ। ਅਨਾਊਂਸਮੈਂਟ ਵੀ ਹੋਈ, ਮੇਲ ਵੀ ਆ ਗਈਆਂ ਬੱਚਿਆਂ ਨੂੰ ਵੀ ਆਪਣੀ ਨਵੀਂ SOP ਦਿਓ, ਆਪਣੇ ਜਿਹੜੇ ਆ ਫਾਈਨੈਂਸ਼ੀਅਲਸ ਦੱਸੋ, ਫੀਸ ਭਰੀ ਹੈ ਕਿ ਨਹੀਂ ਭਰੀ, ਕਿੰਨੀ ਭਰੀ ਹੈ, ਕਿਹੜੇ ਅਕਾਊਂਟ 'ਚੋਂ ਭਰੀ ਹੈ, ਅਕਾਊਂਟਸ ਸਟੇਟਮੈਂਟ ਜਿਹੜੀਆਂ ਮੰਗੀਆਂ ਗਈਆਂ। ਉਸ ਤੋਂ ਇਲਾਵਾ ਹੋਰ ਡਿਟੇਲਸ ਜਿਹੜੀਆਂ ਨੇ ਕਾਫੀ ਬੱਚਿਆਂ ਵੱਲੋਂ ਡਿਮਾਂਡ ਕੀਤੀਆਂ ਗਈਆਂ। ਇਹਦਾ ਕੀ ਖਾਸ ਕਾਰਨ ਰਿਹਾ, ਇਹਨੂੰ ਅੱਗੋਂ ਫਿਊਚਰ ਕੀ ਦੇਖਦੇ ਨੇ ਸਾਡੇ ਐਕਸਪਰਟ, ਕੀ ਕਹਿਣਾ ਗੁਰਪ੍ਰੀਤ ਜੀ ਇਹਦੇ ਬਾਰੇ? ਅਮਨ ਜੀ, ਦੇਖੋ ਕਾਫੀ ਟਾਈਮ ਤੋਂ ਬੱਚਿਆਂ ਦੇ ਜਿਹੜੇ ਰਿਜ਼ਲਟਸ ਰੁਕੇ ਸੀਗੇ, ਕਿਸੇ ਨਾ ਕਿਸੇ ਬੱਚਿਆਂ ਦੇ ਮਾਈਂਡ ਦੇ ਵਿੱਚ ਸੀਗਾ ਕਿ ਕੀ ਰੀਜ਼ਨ ਆ ਸਾਡੇ ਰਿਜ਼ਲਟਸ ਜਿਹੜੇ ਉਹ ਕਲੀਅਰ ਨਹੀਂ ਹੋ ਪਾ ਰਹੇ, ਕੀ ਰੀਜ਼ਨਸ ਰਹੇ ਨੇ, ਸਾਡੇ ਤੋਂ ਕੀ ਡਿਮਾਂਡ ਕੀਤੀ ਜਾ ਰਹੀ ਹੈ ਐਮਬੈਸੀ ਵੱਲੋਂ ਜਾਂ ਕਾਲਜ ਵੱਲੋਂ ਕਿ ਸਾਡੇ ਰਿਜ਼ਲਟ ਕਲੀਅਰ ਹੋ ਜਾਣ। ਉਹ ਚੀਜ਼ਾਂ ਜਿਹੜੀਆਂ ਉਹ ਕਲੀਅਰ ਹੋ ਚੁੱਕੀਆਂ ਹੈ। ਉਹ ਹੁਣ ਇਸ ਟਾਈਮ ਸਟੇਟਮੈਂਟ ਆਫ ਪਰਪਸ ਮੰਗਿਆ ਜਾ ਰਿਹਾ ਬੱਚਿਆਂ ਵੱਲੋਂ, ਉਹਨਾਂ ਦੀਆਂ ਸੈਲਰੀ ਸਲਿੱਪ ਮੰਗੀਆਂ ਜਾ ਰਹੀਆਂ ਬੱਚਿਆਂ ਤੋਂ। ਐਂਡ ਜੇ ਆਪਾਂ ਗੱਲ ਕਰੀਏ ਕਿ ਬੈਂਕ ਸਟੇਟਮੈਂਟ ਜਿੱਥੋਂ ਬੱਚੇ ਨੇ ਆਪਣੀ ਜਿਹੜੀ ਆ ਕਿ ਫੀਸ ਡਿਪੋਜ਼ਿਟ ਕਰਵਾਈ ਆ, ਆਪਣੇ ਏਜੰਟ ਦੀ ਡਿਟੇਲਸ ਮੰਗੀਆਂ ਗਈਆਂ। ਇਟ ਮੀਨਸ ਇਸ ਟਾਈਮ ਐਮਬੈਸੀ ਪੂਰੇ ਉਹਦੇ ਵਿੱਚ ਹੈ, ਰੁੱਖ 'ਚ ਹੈ ਕਿ ਉਹਨੇ ਆਪਣੇ ਤੁਹਾਡੇ ਬੱਚਿਆਂ ਦੇ ਜਿਹੜੇ ਰਿਜ਼ਲਟਸ ਹੈ ਜਲਦੀ ਤੋਂ ਜਲਦੀ ਜਿਹੜੇ ਉਹ ਕਲੀਅਰ ਹੋਣ ਜਾ ਰਹੇ ਆ ਬੱਚਿਆਂ ਦੇ। ਸਵਾਲ ਖੜਾ ਹੁੰਦਾ ਗੁਰਪ੍ਰੀਤ ਜੀ, ਹਾਂਜੀ, ਆਪਣੇ ਪੰਜਾਬ ਦੇ ਵਿੱਚ ਖਾਸ ਕਰ ਮੈਂ ਗੱਲ ਕਰੂੰਗਾ, ਐਡ ਹੁੰਦੀ ਹੈ ਜੀ ਸਾਰੇ ਪੈਸੇ ਵੀਜ਼ੇ ਤੋਂ ਬਾਅਦ। ਜੀ, ਇਹਦਾ ਮਤਲਬ ਬੱਚੇ ਨੇ ਫੀਸ ਨਹੀਂ ਭਰੀ। ਜੀ, ਜੇ ਬੱਚੇ ਨੇ ਫੀਸ ਨਹੀਂ ਭਰੀ, ਉਹ ਡਿਟੇਲ ਕੀ ਦੇਗਾ? ਉਹ ਇਹ ਤਾਂ ਕਹਿ ਨਹੀਂ ਸਕਦਾ ਵੀ ਮੈਂ ਸਟੂਡੈਂਟ ਹੈ ਜੀ, ਮੇਰੀ ਫੀਸ ਗੁਰਪ੍ਰੀਤ ਜੀ ਨੇ CFC ਨੇ ਭਰੀ ਹੈ, ਜੀ, ਉਹ ਲੀਗਲ ਨਹੀਂ ਹੈ ਜੀ। ਅਮਨ ਜੀ, ਇਹ ਡਿਟੇਲਸ ਜੇ ਬੱਚਾ ਨਹੀਂ ਦਿੰਦਾ ਤੇ ਉਹਦਾ ਰਿਜ਼ਲਟ ਆਪਾਂ ਇਹ ਸਮਝੀਏ ਕਿ ਨੈਗੇਟਿਵ ਹੈਗਾ। ਔਰ ਬਾਰ-ਬਾਰ ਬੱਚਿਆਂ ਨੂੰ ਇੱਥੇ ਬੈਠ ਕੇ, ਇਸ ਮੰਚ ਤੇ ਬੈਠ ਕੇ ਮੈਂ ਇਹੀ ਜਾਣਕਾਰੀ ਦਿੱਤੀ ਹੈ ਕਿ ਆਪਾਂ ਪੈਕੇਜ ਸਿਸਟਮ 'ਚ ਨਾ ਪਈਏ। ਆਪਾਂ ਨੂੰ ਆਪਣੀ ਟਿਊਸ਼ਨ ਫੀਸ ਬਾਰੇ, ਆਪਾਂ ਨੂੰ ਆਪਣੇ ਕੋਰਸ ਬਾਰੇ, ਕਾਲਜ ਬਾਰੇ, ਹਰ ਚੀਜ਼ ਈਚ ਐਂਡ ਐਵਰੀਥਿੰਗ ਪ੍ਰੋਫਾਈਲ ਦੇ ਲਈ ਤੁਹਾਨੂੰ ਪਤਾ ਹੋਣੀ ਚਾਹੀਦੀ ਆ। ਅੱਜ ਤੋਂ 2 ਸਾਲ ਪਹਿਲਾਂ, 3 ਸਾਲ ਪਹਿਲਾਂ ਵੀ ਮੈਂ ਇਹ ਚੀਜ਼ ਬੋਲਦੀ ਕਿ ਬੱਚੇ ਬਿਲਕੁਲ ਪੈਕੇਜ ਸਿਸਟਮ ਦੇ ਵਿੱਚ ਨਾ ਪੈਣ। ਬਟ ਅੱਜ ਜਿਹੜੇ ਪੈਕੇਜ ਵਾਲੇ ਬੱਚੇ ਆ, ਉਹਨਾਂ ਦੇ ਏਜੰਟ ਉਹਦੇ ਨਾਲ ਕਿਵੇਂ ਡੀਲ ਕਰਦੇ ਆ, ਕਿਵੇਂ ਅੱਗੇ ਉਹਨਾਂ ਦੇ ਪ੍ਰੋਫਾਈਲ ਨੂੰ ਲੈ ਕੇ ਜਾਂਦੇ ਆ, ਕਿ ਉਹਨਾਂ ਨੂੰ ਸਾਰੇ ਬੱਚਿਆਂ ਦੀਆਂ ਡਿਟੇਲਸ ਪਤਾ ਨੇ, ਉਹਨਾਂ ਦਾ ਏਜੰਟ ਅੱਗੇ ਡਿਟੇਲ ਦਿੰਦਾ ਹੈ, ਤਾਂ ਹੀ ਰਿਜ਼ਲਟ ਪੋਜ਼ਿਟਿਵ ਆ ਸਕਦੇ ਆ। ਅਦਰਵਾਈਜ਼ ਜੇ ਬੱਚੇ ਡਿਟੇਲਸ ਨਹੀਂ ਭੇਜਣਗੇ, ਪੈਕੇਜ ਵਾਲੇ ਖਾਸ ਕਰਕੇ ਬੱਚੇ, ਤੇ ਉਹਨਾਂ ਦੇ ਰਿਜ਼ਲਟ ਜਿਹੜੇ ਉਹ ਨੈਗੇਟਿਵ ਜਾਣਗੇ। ਇਸ ਕਰਕੇ ਮੈਂ ਬਾਰ-ਬਾਰ ਭੇਜਣਗੇ ਕਿਵੇਂ ਭੇਜ ਪਾਉਣਗੇ? ਅੱਜ ਜੇ ਮੈਂ ਪਿਛਲਾ ਸਮਾਂ ਯਾਦ ਕਰੀਏ ਨਾ, ਜੇ ਗੱਲ ਕਰਾਂ, ਐਡ ਹੁੰਦੀ ਸੀ ਵੀ ਆ 20-25 ਹਜ਼ਾਰ ਜਿਹੜੇ ਪ੍ਰੋਸੈਸਿੰਗ ਫੀਸ ਲੈਂਦੇ ਆ, ਗਲਤ ਹੈ ਜੀ, ਨਹੀਂ ਲੈਣੀ ਚਾਹੀਦੀ ਜੀ। ਕਾਹਦੇ ਪੈਸੇ ਲੈਂਦੇ ਨੇ ਇਹ? ਇਹਨਾਂ ਨੂੰ ਪੈਸੇ ਲੈਣ ਦਾ ਹੱਕ ਨਹੀਂ, ਇਹਨਾਂ ਨੇ ਸਰਵਿਸ ਨਹੀਂ ਦਿੱਤੀ ਜੀ। ਅੱਜ ਤੁਸੀਂ ਜਿਹੜੀ ਸਰਵਿਸ ਦੇਣਾ ਚਾਹੁੰਦੇ ਸੀ ਐਮਬੈਸੀ ਉਹਨੂੰ ਨਕਾਰ ਰਹੀ ਹੈ ਜੀ। ਤੁਸੀਂ ਕਹੋ ਵੀ ਬੱਚਾ ਫੀਸ ਨਹੀਂ ਭਰੇਗਾ ਜੀ, ਅਸੀਂ ਭਰਦੇ ਹਾਂ, ਕੀ ਉਹ ਲੀਗਲ ਹੈ? ਬਿਲਕੁਲ ਨਹੀਂ ਲੀਗਲ ਅਮਨ ਜੀ। ਇਸ ਚੀਜ਼ ਤੇ, ਇਸ ਟੌਪਿਕ ਤੇ ਮੇਰੀ ਤੁਹਾਡੇ ਨਾਲ ਬਹੁਤ ਵਾਰ ਆਪਾਂ ਇਸ ਮੰਚ ਤੇ ਬੈਠ ਕੇ ਗੱਲ ਕੀਤੀ ਹੈ ਕਿ ਬੱਚੇ ਨੂੰ ਆਪਣੀ ਟਿਊਸ਼ਨ ਫੀਸ ਖੁਦ ਭਰਨੀ ਚਾਹੀਦੀ ਹੈ। ਬੱਚੇ ਦਾ ਜਿਹੜੇ ਲੀਗਲ ਡਾਕੂਮੈਂਟਸ ਹੈ ਉਹਨਾਂ ਬਾਰੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ। ਕੰਸਲਟੈਂਟ ਨਾਲ ਗੱਲ ਕਰ ਲਵੇ ਵੀ ਦੇਖੋ ਤੁਹਾਡੀ ਫੀਸ ਜਿਹੜੀ ਹੈ ਮੈਂ ਵੀਜ਼ੇ ਤੋਂ ਬਾਅਦ ਦਊਂਗਾ ਜੀ, ਦਊਂਗਾ, ਠੀਕ ਹੈ, ਮੈਂ ਆਪਣੀ ਫੀਸ ਆਪ ਭਰੂੰਗਾ। ਹਾਂ ਬਿਲਕੁਲ, ਟਿਊਸ਼ਨ ਫੀਸ ਤਾਂ ਬਾਏ ਲੀਗਲ ਇੱਕ ਆਪਾਂ ਸਿਸਟਮ ਚੋਂ ਬਾਹਰ ਜਾ ਕੇ ਅਨਲੀਗਲ ਕੰਮ ਕਰ ਰਹੇ ਹਾਂ ਕਿ ਮੇਰੀ ਟਿਊਸ਼ਨ ਫੀਸ ਕੋਈ ਹੋਰ ਪੇ ਕਰ ਦੇ। ਉਹ ਤਾਂ ਜਦ ਕੀ ਮੰਗਦੇ ਆ ਤੁਹਾਡੇ ਫੰਡਸ ਹੋਣ, ਜੇ ਤੁਸੀਂ ਨੌਨ SDA ਜਾ ਰਹੇ ਹੋ, ਫੰਡ ਵੀ ਦਿਖਾਓ, ਅਫੋਰਡੇਬਿਲਟੀ ਹੈ ਨਹੀਂ ਹੈ ਤੁਹਾਡੇ ਕੋਲ, ਤੁਸੀਂ ਫੀਸ ਭਰ ਸਕਦੇ ਹੋ, ਨਹੀਂ ਭਰ ਸਕਦੇ। ਬਟ ਜਦੋਂ ਬੱਚੇ ਕੋਲ ਪੈਸਾ ਹੀ ਨਹੀਂ ਹੈ, ਉਹ ਕਹਿੰਦਾ ਜੀ ਮੈਂ ਬਾਅਦ 'ਚ ਕੁਝ ਵੇਚ ਵੱਟ ਕੇ ਦੇ ਦੂੰਗਾ, ਇਹ ਤਾਂ ਲੀਗਲ ਨਹੀਂ ਮੰਨਿਆ ਜਾਂਦਾ। ਨਹੀਂ, ਇਹ ਲੀਗਲ ਨਹੀਂ ਹੈ। ਇਹ ਤਾਂ ਅਮਨ ਜੀ ਇੱਕ ਆਪਾਂ ਡੀਲ ਕਰ ਰਹੇ ਹਾਂ ਕਿ ਬਿਜ਼ਨਸ ਡੀਲ ਕਹਿ ਸਕਦੇ ਇਹਨੂੰ, ਕਿ ਤੁਸੀਂ ਮੇਰਾ ਇਹ ਕੰਮ ਕਰ ਦਿਓ, ਉਸ ਤੋਂ ਬਾਅਦ ਮੈਂ ਤੁਹਾਨੂੰ ਇੰਨੀ ਪੇਮੈਂਟ ਦੇ ਦੂੰਗਾ। ਇਹ ਕੋਈ ਲੀਗਲ ਨਹੀਂ ਹੈ। ਇਹ ਸਿਸਟਮ 'ਚੋਂ ਬਾਹਰ ਜਾ ਕੇ ਅਸੀਂ ਕੰਮ ਕਰ ਰਹੇ ਹਾਂ। ਔਰ ਮੈਂ ਕਹਿੰਦੀ ਜਿਹੜੇ ਬੱਚੇ ਕੋਲ ਆਪਣੀ ਟਿਊਸ਼ਨ ਫੀਸ ਐਂਡ GIC ਰਿਸਕ ਲੈਣ ਲਈ ਨਹੀਂ ਮਨ ਹੈਗਾ, ਉਹਨੂੰ ਲੱਗਦਾ ਕਿ ਮੈਂ ਕਿਤੇ ਰਿਸਕ ਨਹੀਂ ਲੈ ਸਕਦਾ, ਉਹਨੂੰ ਬਿਲਕੁਲ ਅਪਲਾਈ ਨਹੀਂ ਕਰਨਾ ਚਾਹੀਦਾ। ਇੰਡੀਆ ਬਹੁਤ ਵਧੀਆ ਕੰਟਰੀ ਹੈ, ਇੱਥੇ ਆਪਾਂ ਰਹੀਏ, ਇੱਥੇ ਆਪਾਂ ਆਪਣਾ ਸਰਵਾਈਵ ਕਰੀਏ। ਜੇ ਤੁਸੀਂ ਆਪਣੀ ਟਿਊਸ਼ਨ ਫੀਸ ਔਰ GIC ਪੇ ਕਰਨ ਦੇ ਲਈ ਰੈਡੀ ਹੋ, ਤਾਂ ਹੀ ਆਪਣੀ ਪ੍ਰੋਫਾਈਲ ਅੱਗੇ ਆਪਣੇ ਏਜੰਟ ਜਾਂ ਕਿਸੇ ਵੀ ਕੰਸਲਟੈਂਟ ਦੇ ਹੱਥ 'ਚ ਦਿਆ ਕਰੋ। ਅਦਰਵਾਈਜ਼ ਰਹਿਣ ਦਿਓ, ਕਿਉਂਕਿ ਜੇ ਅਸੀਂ ਰਿਸਕ ਨਹੀਂ ਲੈ ਸਕਦੇ, ਅਸੀਂ ਫੀਸ ਨਹੀਂ ਭਰ ਸਕਦੇ, ਤਾਂ ਸਾਡਾ ਪ੍ਰੋਫਾਈਲ ਜਿਹੜਾ ਹੈ ਉਹ ਨੈਗੇਟਿਵ ਤਰੀਕੇ ਨਾਲ ਹੀ ਸ਼ੁਰੂ ਹੋਇਆ। ਤੇ ਜਿਹੜੀ ਆਪਾਂ ਐਂਡ ਆਪਾਂ ਕਹਿ ਦਿੰਦੇ ਹਾਂ, ਕਈ ਵਾਰ ਕੋਈ 100 ਚੋਂ ਇੱਕ ਤੁੱਕਾ ਲੱਗ ਗਿਆ ਤੇ ਆਪਣਾ ਪੋਜ਼ਿਟਿਵ ਆ ਸਕਦਾ। ਅਦਰਵਾਈਜ਼ ਇਸ ਰਿਜ਼ਲਟ ਨੂੰ ਆਪਾਂ ਨੈਗੇਟਿਵ ਹੀ ਸਮਝੀਏ। ਜੇ ਤੁੱਕਾ ਲੱਗ ਗਿਆ, ਏਜੰਟ ਨੇ ਤੁਹਾਡੇ ਤੋਂ 7 ਤੋਂ 8 ਲੱਖ ਰੁਪਈਆ ਕਮਾ ਲੈਣਾ, ਤੁਹਾਡੇ ਹੱਥ ਪੱਲੇ ਕੁਝ ਨਹੀਂ ਆਉਣ ਵਾਲਾ। ਭਾਵੇਂ ਵੀਜ਼ਾ ਵੀ ਲੈ ਲਿਆ ਤਾਂ ਵੀ ਤੁਹਾਡਾ ਲਾਸ ਆ। ਜੇ
ਤੁਹਾਡਾ ਪ੍ਰੋਫਾਈਲ ਨੈਗੇਟਿਵ ਹੋ ਗਿਆ ਫਿਰ ਤਾਂ ਆਪਣਾ ਲਾਸ ਹੀ ਹੈ। ਇਹ ਅੱਜ ਆਪਾਂ ਨੂੰ ਸਬਕ ਸਿਖਾ ਰਹੀਆਂ, ਅੱਜ ਦਾ ਟਾਈਮ, ਅੱਜ ਦਾ ਵਕਤ, ਇਹਦੇ ਤੋਂ ਆਪਾਂ ਲਰਨ ਕਰ ਲਈਏ ਕਿ ਆਪਾਂ ਪੈਕੇਜ ਸਿਸਟਮ 'ਚ ਨਹੀਂ ਪੈਣਾ। ਪੈਕੇਜ ਤੋਂ ਬਾਹਰ ਆ ਕੇ ਲੀਗਲ ਪ੍ਰੋਸੈਸ ਹੈ, ਜੋ ਸਿਸਟਮ ਹੈ ਉਹ ਸਿਸਟਮ ਨੂੰ ਅਸੀਂ ਫੋਲੋ ਕਰਕੇ ਅੱਗੇ ਚੱਲੀਏ। ਜੇ ਅੱਜ ਤੁਹਾਡੇ ਕੋਲੋਂ ਵੀਜ਼ਾ ਅਫਸਰ ਸਟੇਟਮੈਂਟ ਆਫ ਪਰਪਸ ਮੰਗਦਾ ਹੈ, ਤੁਹਾਡੀ ਟਿਊਸ਼ਨ ਫੀਸ ਦੀ ਡਿਟੇਲ ਮੰਗਦਾ ਹੈ, ਤੁਹਾਡੇ ਤੋਂ ਤੁਹਾਡੀਆਂ ਈਚ ਐਂਡ ਐਵਰੀਥਿੰਗ ਕੋਰਸ ਕਾਲਜ ਬਾਰੇ ਡਿਟੇਲਸ ਮੰਗਦਾ ਹੈ, ਤੇ ਤੁਸੀਂ ਉਹਨਾਂ ਚੀਜ਼ਾਂ ਦਾ ਕੀ ਜਵਾਬ ਦਿਓਗੇ ਵੀਜ਼ਾ ਅਫਸਰ ਨੂੰ? ਕੀ ਤੁਹਾਡਾ ਹੁਣ ਏਜੰਟ ਸਾਥ ਦਊਗਾ? ਜੇ ਤੁਹਾਡਾ ਏਜੰਟ ਸਾਥ ਦੇ ਰਿਹਾ ਤੇ ਬਹੁਤ ਵਧੀਆ ਗੱਲ ਆ, ਉਹਨੇ ਟਿਊਸ਼ਨ ਫੀਸ ਕਿੱਥੋਂ ਭਰੀ ਆ, ਕਿਵੇਂ ਭਰੀ ਆ, ਜੇ ਉਹ ਤੁਹਾਨੂੰ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਦਾ ਤੇ ਬਹੁਤ ਵਧੀਆ ਗੱਲ ਆ। ਪਰ ਮੇਰੇ ਅਕੋਰਡਿੰਗਲੀ ਉਹਦੇ ਕੋਲ ਇਹ ਚੀਜ਼ਾਂ ਸਾਰੀਆਂ ਅਵੇਲੇਬਲ ਨਹੀਂ ਹੋਣਗੀਆਂ। ਇਹਦੇ 'ਚ ਹੁਣ ਜਿਨ੍ਹਾਂ ਨੇ ਬੱਚਿਆਂ ਨੇ ਤਾਂ ਲੀਗਲੀ ਆਪਣੀ ਫੀਸ ਆਪ ਭਰੀ ਹੈ, ਉਹਨੂੰ ਪਤਾ ਹੈ ਵੀ ਸਾਡੇ ਕੋਲ ਆ ਡਿਟੇਲ ਹੈ ਜੀ, ਸਾਡੀ ਵਾਇਆ ਇੱਧਰ ਦੀ ਫੀਸ ਗਈ ਆ, ਇਸ ਅਕਾਊਂਟ 'ਚੋਂ ਗਈ ਹੈ, ਉਹ ਤਾਂ ਸ਼ੋਅ ਕਰ ਦੇਣਗੇ, ਉਹਨਾਂ ਨੇ ਸਾਰਾ ਕੁਝ ਭੇਜ ਦੇਣਾ, ਉਹਨਾਂ ਨੇ ਆਪਣੇ ਕਾਲਜ ਬਾਰੇ ਵੀ ਦੱਸ ਦੇਣਾ। ਹੁਣ ਜ਼ਿਆਦਾਤਰ ਕੀ ਹੈ, ਜਿਹੜੇ ਪੈਕੇਜ ਵਾਲੇ ਨੇ, ਕਈਆਂ ਨੇ ਤਾਂ ਆਪਣੇ ਕਾਲਜ ਕੋਰਸ ਬਾਰੇ ਹੀ ਨਹੀਂ ਪੁੱਛਿਆ, ਉਹਨੂੰ ਜਾਂ ਪੁੱਛਿਆ ਨਹੀਂ ਜਾਂ ਦੱਸਿਆ ਨਹੀਂ ਗਿਆ ਵੀ ਤੂੰ ਰਹਿਣ ਦੇ, ਤੈਨੂੰ ਵੀਜ਼ਾ ਚਾਹੀਦਾ, ਵੀਜ਼ਾ ਮਿਲ ਜੂਗਾ, ਬਾਅਦ 'ਚ ਪੈਸੇ ਦੇ ਦੇ। ਉਹਨਾਂ ਲਈ ਤਾਂ ਬਹੁਤ ਲਾਸ ਹੈ ਅਮਨ ਜੀ। ਇਸ ਟਾਈਮ ਉਹ ਸਟੂਡੈਂਟ ਆਪਣੀ ਫਾਈਲ ਨੂੰ ਜਾਂ ਤਾਂ ਵਿਡਰਾਅ ਕਰੇ ਜਾਂ ਆਪਣੇ ਏਜੰਟ ਨਾਲ ਗੱਲ ਕਰੇ, ਕਿਉਂਕਿ ਐਵੇਂ ਦੇ ਟਾਈਮ ਦੇ ਉੱਤੇ ਜੇ ਬੱਚੇ ਦਾ ਵੀਜ਼ਾ ਕੱਲ੍ਹ ਦੇ ਦਿਨ ਰਿਜੈਕਟ ਹੁੰਦਾ ਹੈ ਤੇ ਕੱਲ੍ਹ ਦੇ ਦਿਨ ਜੇ ਦੁਬਾਰਾ ਉਹ ਅਪਲਾਈ ਕਰਦਾ ਤੇ ਉੱਥੇ ਵੀ ਉਹਦੀਆਂ ਜਿਹੜੀਆਂ ਇਹ ਚੀਜ਼ਾਂ ਰਿਕੁਆਇਰਡ ਰਹਿਣਗੀਆਂ। ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਏਜੰਟ ਨਾਲ ਗੱਲ ਕਰਕੇ, ਕਿਉਂਕਿ ਬੱਚਿਆਂ ਨੂੰ ਭੜਕਾਉਣਾ ਜਾਂ ਬੱਚਿਆਂ ਦੇ ਕਿਸੇ ਵੀ ਤਰੀਕੇ ਦੀ ਮਿਸਗਾਈਡੈਂਸ ਹੋਣੀ ਇਹਨਾਂ ਚੀਜ਼ਾਂ ਨੂੰ ਲੈ ਕੇ, ਜਾਂ ਬੱਚੇ ਨੂੰ ਕਿਸੇ ਗਲਤ ਜਿਹੜੀ ਗਾਈਡੈਂਸ ਦਾ ਸ਼ਿਕਾਰ ਆ ਬੱਚਾ, ਉਹ ਆਪਣੀ ਅੱਜ ਤੋਂ ਹੀ ਚੀਜ਼ਾਂ ਨੂੰ ਸੁਧਾਰ ਲੇ। ਅੱਗੇ ਤੋਂ ਜਿਹੜੇ ਸਟੂਡੈਂਟ ਨੇ ਅਪਲਾਈ ਕਰਨਾ, ਆਪਣੀ ਟਿਊਸ਼ਨ ਫੀਸ ਖੁਦ ਭਰੇ, GIC ਖੁਦ ਭਰੇ, ਤਾਂ ਕਿ ਉਹਨੂੰ ਪਤਾ ਹੋਵੇ ਕਿ ਮੇਰਾ ਕੋਰਸ ਕੀ ਆ, ਕਾਲਜ ਕੀ ਆ, ਮੈਨੂੰ ਪਤਾ ਹੈ ਮੈਂ ਕਦੋਂ ਟਿਊਸ਼ਨ ਫੀਸ ਭਰੀ ਸੀ, ਕਿੰਨੇ ਡਾਲਰ ਦੇ ਹਿਸਾਬ ਨਾਲ ਭਰੀ ਸੀ, ਸਾਰੀਆਂ ਚੀਜ਼ਾਂ ਉਹਨੂੰ ਪਤਾ ਹੋਣਗੀਆਂ। ਇਹਦਾ ਹਲੇ ਕਿਊਬੈਕ ਨੇ ਸ਼ੁਰੂਆਤ ਕੀਤੀ ਹੈ, ਇਹਨਾਂ ਵੀ ਹੌਲੀ ਹੌਲੀ ਬਾਕੀ ਕਾਲਜ ਵੀ ਇਹ ਚੀਜ਼ਾਂ ਸ਼ੁਰੂ ਕਰ ਦੇਣ, ਸਾਰੇ ਕੈਨੇਡਾ 'ਚ ਹੋਣ ਲੱਗ ਜੇ, ਤੇ ਪੈਕੇਜ ਸਿਸਟਮ ਵਾਲੇ ਜਿਹੜੇ ਆ ਉਹ ਇਹਦੇ 'ਚ ਬੱਚੇ ਨੁਕਸਾਨ ਦੇ ਵਿੱਚ ਰਹਿ ਸਕਦੇ। ਬਿਲਕੁਲ ਬਿਲਕੁਲ ਅਮਨ ਜੀ, ਪੈਕੇਜ ਵਾਲਾ ਬੱਚਾ ਅੱਜ ਵੀ ਨੁਕਸਾਨ 'ਚ ਹੈ, ਕੱਲ ਵੀ ਨੁਕਸਾਨ 'ਚ ਹੋਊਗਾ, ਇਸ ਤੋਂ ਪਹਿਲਾਂ ਵੀ ਨੁਕਸਾਨ 'ਚ। ਅੱਜ ਤਾਂ ਇਹ ਨਾ ਫਾਈਨੈਂਸ਼ੀਅਲੀ ਨੁਕਸਾਨ ਚ, ਜੇ ਕਿਸੇ ਦੇ 10 ਰੁਪਏ ਲੱਗਦੇ ਆ ਉਹਦੇ 50 ਲੱਗਦੇ ਆ। ਹਾਂਜੀ ਬਿਲਕੁਲ। ਬਟ 에ਅਰਪੋਰਟ ਤੇ ਵੀ ਕਈ ਵਾਰ ਬੱਚੇ ਰਿਪੋਰਟ ਵੀ ਹੋਏ ਆ, ਪੈਕੇਜ ਵਾਲੇ, ਉਹਨਾਂ ਨੂੰ ਕੋਰਸ ਕਾਲਜ ਬਾਰੇ ਨਹੀਂ ਪਤਾ, ਸਟੇਟਮੈਂਟ ਆਫ ਪਰਪਸ ਬਾਰੇ ਆਪਣੇ ਨਹੀਂ ਪਤਾ, GIC ਜਾਲੀ ਵੀ ਗਏ ਆ, ਬੱਚਿਆਂ ਦੇ ਲਾਸ ਚ ਰਿਹਾ ਹੈ। ਹਾਂ ਕੀ ਆ, 100 ਦੇ ਵਿੱਚੋਂ 2 ਦਾ ਤੁੱਕਾ ਲੱਗ ਗਿਆ, 2 ਬੱਚੇ ਨਿਕਲ ਗਏ ਪੈਕੇਜ ਸਿਸਟਮ ਲੈ ਕੇ, ਬਾਕੀਆਂ ਦਾ ਲਾਸ ਹੀ ਹੈ। ਇਸ ਕਰਕੇ ਬੱਚਿਆਂ ਦੇ ਅੱਗੇ ਮੇਰੀ ਇੱਕ ਐਡਵਾਈਸ ਹੈ ਕਿ ਬੱਚੇ ਆਪਣੇ ਪੈਕੇਜ ਦੇ ਸਿਸਟਮ ਚ ਨਾ ਪਾਓ। ਆਪਣਾ ਜਿਹੜਾ ਇੱਕ ਲੀਗਲ ਪ੍ਰੋਸੈਸ ਤੁਹਾਨੂੰ ਵੀਜ਼ਾ ਅਫਸਰ ਨੇ ਦਿੱਤਾ ਹੈ, ਕਾਲਜ ਦਿੰਦਾ ਹੈ, ਸਾਡੇ ਵੱਲੋਂ ਗਾਈਡ ਕੀਤਾ ਜਾਂਦਾ ਜਾਂ ਅਦਰ ਕੰਸਲਟੈਂਟ ਵੱਲੋਂ ਇੱਕ ਲੀਗਲ ਪ੍ਰੋਸੈਸ ਐਡਵਾਈਸ ਕੀਤਾ ਜਾਂਦਾ, ਉਹਨੂੰ ਫੋਲੋ ਕਰਕੇ ਅਪਲਾਈ ਕਰੋ। ਅੱਜ ਸ਼ੁਰੂਆਤ ਹੋ ਚੁੱਕੀ ਆ, ਪੈਕੇਜ ਵਾਲਾ ਬੱਚੇ ਉੱਡ ਰਹੇ ਨੇ, ਪਹਿਲਾਂ ਵੀ ਗਏ ਨੇ ਬੱਚੇ, ਅੱਜ ਵੀ ਬੱਚੇ ਉਹਨਾਂ ਦੇ ਰਿਜ਼ਲਟ ਕਿਤੇ ਨਾ ਕਿਤੇ ਨੈਗੇਟਿਵ ਚ ਜਾਣਗੇ। ਅੱਗੇ ਤੋਂ ਜਿਹੜੇ ਬੱਚੇ ਆ ਉਹ ਲਰਨ ਕਰ ਲੈਣ ਕਿ ਅਸੀਂ ਪੈਕੇਜ ਸਿਸਟਮ ਚ ਨਹੀਂ ਪੈਣਾ, ਸਾਨੂੰ ਆਪਣੀ ਪ੍ਰੋਫਾਈਲ ਬਾਰੇ ਹਰ ਚੀਜ਼ ਪਤਾ ਹੋਣੀ ਚਾਹੀਦੀ ਹੈ। ਇੱਕ ਕੰਸਲਟੈਂਟ 100 ਪੈਕੇਜ ਵਾਲੇ ਦੀ ਬੱਚਿਆਂ ਦੀਆਂ ਫਾਈਲ ਲਾਏਗਾ, ਕਿਹਦੀ ਡਿਟੇਲ ਰੱਖੇਗਾ ਆਪਣੇ ਕੋਲੋਂ? ਇਹ ਚੀਜ਼ ਤੁਸੀਂ ਧਿਆਨ ਨਾਲ ਆਪਣੇ ਆਪ ਸੋਚਣੀ ਆ। ਤੁਸੀਂ ਆਪਣੇ ਕੈਰੀਅਰ ਦੇ ਖੁਦ ਜ਼ਿੰਮੇਵਾਰ ਹੋ। ਕੋਈ ਕੰਸਲਟੈਂਟ ਜੇ ਤੁਹਾਨੂੰ ਮਿਸਗਾਈਡ ਕਰ ਰਿਹਾ ਤੇ ਮਿਸਗਾਈਡ ਤੁਸੀਂ ਪਹਿਲਾਂ ਉਹਨੂੰ ਦੱਸ ਰਹੇ ਹੋ ਕਿ ਸਾਨੂੰ ਮਿਸਗਾਈਡ ਕਰ, ਸਾਰੇ ਪੈਸੇ ਬਾਅਦ ਚ ਲੈ ਲਈ, ਪਹਿਲਾਂ ਅਸੀਂ ਆਪਸ਼ਨ ਦੇ ਰਹੇ ਹਾਂ, ਤੇ ਕੰਸਲਟੈਂਟ ਉੱਥੇ ਹਰ ਬਿਜ਼ਨਸਮੈਨ ਜੁਗਾੜ ਲਗਾਊਗਾ। ਇਹਦੇ ਚ ਬੱਚਾ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈਗਾ ਜੀ। ਸੋ ਇਹ 'ਚ ਡਰਨ ਵਾਲੀ ਗੱਲ ਨਹੀਂ ਜੀ, ਡਰਨ ਵਾਲਾ ਉਹਨਾਂ ਲਈ ਹੋ ਸਕਦਾ ਜਿਹਨਾਂ ਕੋਲ ਡਿਟੇਲ ਨਹੀਂ, ਬਾਕੀ ਬੱਚਿਆਂ ਤੋਂ ਜਿਨ੍ਹਾਂ ਤੋਂ ਡਿਮਾਂਡ ਹੋਈ ਹੈ, ਜਿਨ੍ਹਾਂ ਨੇ ਲੀਗਲੀ ਸਾਰਾ ਪ੍ਰੋਸੈਸ ਕੀਤਾ ਹੈ, ਚੰਗੇ ਕੰਸਲਟੈਂਟ ਦੇ ਥਰੂ ਕੀਤਾ ਹੈ, ਉਹ ਇਹ ਚੀਜ਼ ਨੂੰ ਦੇ ਸਕਦੇ ਨੇ ਜੋ ਡਿਮਾਂਡ ਹੋ ਰਹੀ ਹੈ। ਬਿਲਕੁਲ। ਸੋ ਕਾਲ ਦਾ ਸਿਲਸਿਲਾ ਜਾਰੀ ਕਰਦੇ ਹਾਂ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕੀ ਪੁੱਛਣਾ ਚਾਹੁੰਦੇ ਹੋ? ਸਰ ਮੈਂ ਪੁੱਛਣਾ ਚਾਹੁੰਦਾ ਸੀ, ਮੇਰੀ B.Com ਕੀਤੀ ਹੈ ਜੀ 2015 ਦੇ ਵਿੱਚ। 56% ਮਾਰਕਸ ਆਏ ਮੇਰੇ। ਕਿੰਨੇ ਜੀ? 56 ਸਰ। ਅੱਛਾ ਜੀ। ਹਾਂਜੀ, ਇਸ ਦੇ ਵਿੱਚੋਂ ਮੇਰੇ 2 ਮੋਡਿਊਲ ਚੋਂ 5.5 ਆਏ। ਉਹ ਚੋਂ 6 ਨੇ, ਤੇ ਮੈਂ ਜਨਵਰੀ ਦੇ ਕੋਈ ਪੁੱਛਣਾ ਚਾਹੁੰਦਾ ਸੀਗਾ ਵੀ ਮੇਰਾ ਜਿਵੇਂ ਗੈਪ ਵੀ ਹੈ, ਠੀਕ ਹੈ ਜੀ, ਬਾਕੀ ਮੈਂ ਅਪਲਾਈ ਕਰ ਸਕਦਾ? ਜਨਵਰੀ 2022 ਚ ਤੁਸੀਂ ਕਰਨਾ ਹੈ, ਤੇ 2015 ਤੋਂ 22 ਤੱਕ 7 ਸਾਲ ਦਾ ਗੈਪ ਕੀ ਕੀਤਾ ਜੀ? ਜਸਟੀਫਾਈ ਕੀ ਕਰੋਗੇ ਉਹਦੇ ਚ? ਹਾਂਜੀ ਸਰ, ਮੈਂ ਬੈਂਕ ਦੇ ਵਿੱਚ ਜੌਬ ਕਰ ਰਿਹਾ ਜੀ ਐਜ਼ ਪ੍ਰੈਜ਼ੀਡੈਂਟ ਐਚਡੀਐਫਸੀ ਬੈਂਕ ਚ। ਸੈਲਰੀ ਸਾਰੀ ਅਕਾਊਂਟ ਚ ਆ ਰਹੀ ਹੈ? ਹਾਂਜੀ ਸਰ, ਹਾਂਜੀ। ਪਹਿਲੇ ਤਾਂ ਜੀ ਗ੍ਰੈਜੂਏਸ਼ਨ ਹੈ ਜੀ, ਫਿਰ ਨੰਬਰ ਚ 50% ਹੈ, ਫਿਰ 2 ਚ 5.5 ਹੈ, ਤੇ ਫਿਰ 7 ਸਾਲ ਦਾ ਸਟੱਡੀ ਗੈਪ ਹੈ, ਬਟ ਜਸਟੀਫਿਕੇਸ਼ਨ ਹੈਗੀ ਹੈ।
ਸਭ ਤੋਂ ਪਹਿਲਾਂ ਅਮਨ ਜੀ, ਜੇ ਬੱਚੇ ਨੇ ਹਾਇਰ ਐਜੂਕੇਸ਼ਨ ਲਈ ਜਾਣਾ ਹੈ ਤੇ ਸਫੀਸ਼ੀਐਂਟ ਆਈਲੈਟ ਸਕੋਰ ਨਹੀਂ ਹੈ ਹਾਇਰ ਐਜੂਕੇਸ਼ਨ ਲਈ, ਅਦਰ ਕੋਰਸ ਕੋਈ ਪ੍ਰੋਫੈਸ਼ਨਲ ਕੋਰਸ ਆ ਜਾਂ ਕੁਝ ਹੋਰ ਕੋਰਸ ਆ, ਉਹਦੇ ਵਿੱਚ ਆਪਾਂ ਸੋਚ ਸਕਦੇ ਹਾਂ। ਬਾਕੀ ਜਨਵਰੀ ਤੱਕ ਬੱਚੇ ਨੇ ਜਾਣਾ ਹੈ, ਆਈਲੈਟਸ ਦੀ ਦੁਬਾਰਾ ਤਿਆਰੀ ਕਰਕੇ ਇੱਕ ਵਾਰ ਐਗਜ਼ਾਮ ਦੇ ਲੇ, ਤਾਂ ਕਿ ਆਪਣੇ ਕੋਲ ਸਮਾਂ ਵੀ ਹੈਗਾ। ਕੰਡੀਸ਼ਨਲ ਆਫਰ ਲੈਟਰ ਬੱਚੇ ਦੀ ਹੈ, ਸਾਡੇ ਕੋਲ ਰਜਿਸਟ੍ਰੇਸ਼ਨ ਫ੍ਰੀ ਆਫ ਕਾਸਟ ਕਰਵਾ ਕੇ ਰੱਖ ਲੇ, ਤਾਂ ਕਿ ਅਸੀਂ ਟਾਈਮ ਟੂ ਟਾਈਮ ਰਹਿੰਦੇ ਉਹਦੀ ਕੰਡੀਸ਼ਨਲ ਆਫਰ ਲੈਟਰ ਕੱਲ੍ਹ ਨੂੰ ਮੰਗਾ ਕੇ ਰੱਖ ਲਾਂਗੇ। ਇੱਕ ਵਾਰ ਬੱਚਾ ਪ੍ਰੋਪਰ ਪ੍ਰੋਫਾਈਲ ਭੇਜੇ, ਉਸ ਤੋਂ ਬਾਅਦ ਉਹਨੇ ਕੋਰਸ ਕਿਹੜਾ ਲੈਣਾ, ਉਸ ਤੋਂ ਬਾਅਦ ਦੈਨ ਅਸੀਂ ਉਹਨੂੰ ਗਾਈਡ ਕਰਾਂਗੇ। ਪਰ ਇੱਕ ਵਾਰ ਆਈਲੈਟਸ ਜਿਹੜਾ ਉਹ ਇੰਪਰੂਵ ਕਰ ਲੇ ਤੇ ਬਹੁਤ ਅੱਛੀ ਗੱਲ ਹੈ। ਇਸ ਆਈਲੈਟਸ ਸਕੋਰ ਤੇ ਹਾਇਰ ਐਜੂਕੇਸ਼ਨ ਲਈ ਬੱਚਾ ਅਪਲਾਈ ਨਹੀਂ ਕਰ ਸਕਦਾ ਜੀ। ਸੋ ਕੋਈ ਵੀ ਮਨ ਦੇ ਵਿੱਚ ਸਵਾਲ ਆਉਂਦਾ ਜੀ, ਤੁਸੀਂ ਬਿਨਾਂ ਝਿਜਕ ਸਾਨੂੰ ਸਾਂਝਾ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ। CFC ਦੇ ਨੰਬਰ ਚੱਲ ਰਹੇ ਨੇ ਇਸ ਟਾਈਮ, ਉਹ ਨੰਬਰ ਜਿਹੜਾ ਹੈ ਕਾਲ ਡਾਇਵਰਟ ਲਾ ਕੇ ਸਟੂਡੀਓ 'ਚ ਲਈ ਜਾਏਗੀ। ਸ਼ੋਅ ਤੋਂ ਬਾਅਦ ਜਦੋਂ ਤੁਸੀਂ ਉਸ ਨੰਬਰ 'ਤੇ ਕਾਲ ਕਰੋਗੇ, ਜਿਹੜਾ ਸਕਰੀਨ 'ਤੇ ਫਲੈਸ਼ ਹੋ ਰਿਹਾ, ਕਾਲ CFC ਦੇ ਆਫਿਸ, ਉਹਨਾਂ ਦੀ ਟੀਮ ਨਾਲ ਜਿਹੜੀ ਹੈ ਉਹ ਗੱਲਬਾਤ ਤੁਹਾਡੀ ਹੋ ਪਾਏਗੀ। ਹੁਣ ਜਿਹੜੇ ਤਾਂ ਜਨਵਰੀ ਲਈ ਕੁਐਰੀ ਕਰ ਰਹੇ ਨੇ, ਇਟ ਮੀਨ ਸਤੰਬਰ ਦੇ ਖਤਮ ਹੋ ਗਈਆਂ ਸੀਟਸ ਦੀ ਅਵੇਲੇਬਿਲਿਟੀ? ਨਹੀਂ ਅਮਨ ਜੀ, ਸਤੰਬਰ ਇਨਟੇਕ ਲਈ ਸੀਟਸ ਅਵੇਲੇਬਲ ਹੈਗੀਆਂ ਨੇ ਹਲੇ, ਜੇ ਬੱਚੇ ਨੇ ਅਪਲਾਈ ਕਰਨਾ। ਬਟ ਬੱਚੇ ਦੀ ਟਿਊਸ਼ਨ ਫੀਸ ਐਂਡ GIC ਰੈਡੀ ਹੋਣਾ ਚਾਹੀਦਾ। ਜੇ ਅੱਜ ਆਪਾਂ ਆਫਰ ਲੈਟਰ 3 ਤੋਂ 4 ਦਿਨ ਦੇ ਵਿੱਚ ਮੰਗਾ ਲੈਂਦੇ ਆ ਤੇ ਨਾਲ ਦੀ ਨਾਲ ਆਪਾਂ ਟਿਊਸ਼ਨ ਫੀਸ ਪੇ ਕਰਕੇ ਨਾਲ ਦੀ ਨਾਲ GIC ਅਕਾਊਂਟ ਕ੍ਰੀਏਟ ਕਰਕੇ ਉਸ ਤੋਂ ਬਾਅਦ ਬੱਚੇ ਦੀ ਸਾਨੂੰ ਫਾਈਲ ਜਿਹੜੀ ਉਹ ਪੁੱਟ ਆਨ ਕਰਨੀ ਪਊਗੀ। ਸਾਡੇ ਕੋਲ ਸਮਾਂ ਇਸ ਵਜ੍ਹਾ ਨਾਲ ਹੈਗਾ ਕਿਉਂਕਿ ਅਜੇ ਮੈਡੀਕਲ ਨਹੀਂ ਹੋ ਰਿਹਾ। ਸਾਨੂੰ ਇਹ ਲੱਗ ਰਿਹਾ ਕਿ ਆਉਣ ਵਾਲੇ ਟਾਈਮ 'ਚ ਮੈਡੀਕਲ ਦਾ ਟਾਈਮ ਜਿਹੜਾ ਉਹ ਸਾਨੂੰ ਐਮਬੈਸੀ ਦਊਗੀ, ਕਿ ਜਿਹੜਾ ਸਮਾਂ ਸਾਡੇ ਕੋਲ ਜਿਹੜਾ ਲੋਕਡਾਊਨ ਦੇ ਵਿੱਚ ਇਨ ਬਿਟਵੀਨ ਗਿਆ ਹੈ, ਤੇ ਇਸ ਕਰਕੇ ਰਿਜ਼ਲਟਸ ਵੀ ਫਾਸਟ ਪ੍ਰੋਸੈਸ ਦੇ ਜਿਹੜੇ ਆ ਸਤੰਬਰ ਇਨਟੇਕ ਦੇ ਆਉਣਗੇ। ਸਾਡੇ ਕੋਲ ਹਜੇ 20 ਤੋਂ 25 ਦਿਨ ਹੈ ਕਿ ਆਪਾਂ ਸਤੰਬਰ ਇਨਟੇਕ ਲਈ ਅਪਲਾਈ ਕਰ ਸਕਦੇ ਹਾਂ। ਔਰ ਜੇ ਆਪਾਂ ਜਨਵਰੀ ਇਨਟੇਕ ਲਈ ਅਪਲਾਈ ਕਰਨਾ ਤੇ ਉਹ ਸਾਡੀ ਕੰਪਨੀ ਵੱਲੋਂ ਫ੍ਰੀ ਆਫ ਕਾਸਟ ਰਜਿਸਟ੍ਰੇਸ਼ਨ ਕੀਤੀ ਜਾਂਦੀ ਆ, ਕਿ ਤੁਸੀਂ ਆਪਣੇ ਜਿਹੜੇ +2 ਵਾਲੇ ਬੱਚਿਆਂ ਦੇ ਰਿਜ਼ਲਟ ਨਹੀਂ ਆਏ ਜਾਂ ਹੋਰ ਬੱਚੇ ਨੇ ਜਿਨ੍ਹਾਂ ਦੇ GIC ਟਿਊਸ਼ਨ ਫੀਸ ਰੈਡੀ ਨਹੀਂ ਹੈ, ਜਾਂ ਉਹਨਾਂ ਨੇ ਮੈਂਟਲੀ ਆਪਣੇ ਆਪ ਨੂੰ ਇਸ ਲੈਵਲ ਤੇ ਮੇਕ ਕੀਤਾ ਹੋਇਆ ਕਿ ਅਸੀਂ ਜਨਵਰੀ 'ਚ ਹੀ ਜਾਣਾ ਹੈ, ਤੇ ਉਹ ਬੱਚੇ ਫ੍ਰੀ ਆਫ ਕਾਸਟ ਰਜਿਸਟ੍ਰੇਸ਼ਨ ਮੰਗਾ ਕੇ ਰੱਖ ਸਕਦੇ ਆ। ਜਿਵੇਂ ਹੀ ਕੰਡੀਸ਼ਨਲ ਆਫਰ ਲੈਟਰ ਦਾ ਸਿਲਸਿਲਾ ਸ਼ੁਰੂ ਹੋਊਗਾ, ਕਾਲਜ ਵੱਲੋਂ ਸਾਨੂੰ ਪਰਮਿਸ਼ਨ ਦਿੱਤੀ ਜਾਊਗੀ ਕਿ ਹਾਂ ਅਸੀਂ ਪ੍ਰੋਵਾਈਡ ਕਰਦੇ ਹਾਂ, ਤੇ ਨਾਲ ਦੀ ਨਾਲ ਅਸੀਂ ਬੱਚਿਆਂ ਨੂੰ ਗਾਈਡ ਕਰਕੇ ਨਾਲ ਦੀ ਨਾਲ ਉਹਨਾਂ ਦਾ ਵਿਦਆਊਟ ਸਮਾਂ ਬਰਬਾਦ ਕੀਤੇ ਅਸੀਂ ਉਹਨਾਂ ਦਾ ਜਿਹੜਾ ਕਿ ਆਫਰ ਲੈਟਰ ਮੰਗਾ ਕੇ ਰੱਖ ਸਕਦੇ ਹਾਂ ਜੀ। ਸੋ ਨੈਕਸਟ ਸਵਾਲ ਲੈ ਲਓ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ, ਲਾਈਵ ਤੇ ਗੱਲ ਹੋ ਰਹੀ ਹੈ ਜੀ? ਜੀ ਮੈਮ। ਹਾਂਜੀ ਸਰ, ਮੈਂ ਨਾ ਕੈਨੇਡਾ ਲਈ ਪੁੱਛਣਾ ਸੀਗਾ ਜੀ ਪ੍ਰੋਫਾਈਲ ਦਾ ਕਿ ਅਪਲਾਈ ਕਰਨਾ ਸੀ। ਤੇ ਸਰ ਮੈਂ +2 ਕੀਤੀ ਹੈ ਕਮਰਸ ਨਾਲ, 65% ਨੇ ਮੇਰੇ। ਕਿਹੜੇ ਸਾਲ 'ਚ ਕੀਤੀ ਹੈ ਜੀ? ਤੇ 2021 ਚ ਕੀਤੀ ਹੈ ਜੀ। ਮਤਲਬ ਹੁਣ 21 'ਚ ਜਿਹੜੇ ਪਾਸ ਆਊਟ ਹੋਏ ਕਿ 20 'ਚ ਕੀਤੀ ਹੈ ਜੀ? 20 ਚ ਕੀਤੀ ਹੈ ਪਾਸ ਆਊਟ, ਤੇ ਉਸ ਤੋਂ ਬਾਅਦ ਸਰ ਮੈंने IELTS ਕੀਤੀ ਹੈ। ਅੱਛਾ, 21 'ਚ IELTS ਕੀਤੀ ਹੈ, 20 'ਚ +2 ਕੀਤੀ ਹੈ? ਹਾਂਜੀ ਸਰ। ਓਵਰਆਲ 6.5 ਨੇ, 2 ਚੋਂ 5.5 ਨੇ ਸਰ। ਮੈਨੂੰ ਇਹ ਸੀਗਾ ਕਿ ਜਿਵੇਂ 5.5 ਨੇ ਸਰ, ਉਹਦੇ ਤੇ ਆਪਾਂ ਅਪਲਾਈ ਕਰ ਸਕਦੇ ਹਾਂ, ਜਿਵੇਂ 2 ਚੋਂ 5.5 ਨੇ। ਜੀ ਹਾਂਜੀ ਸਰ। ਕੀ ਕਹਿਣਾ ਮੈਮ? ਅਮਨ ਜੀ 2 ਚੋਂ 5.5 ਹੈ, ਬੱਚਾ ਅਪਲਾਈ ਕਰ ਸਕਦਾ ਹੈ। ਜਿਵੇਂ ਬੱਚੇ ਦੇ ਓਵਰਆਲ 6.5 ਆਈਲੈਟਸ ਸਕੋਰ ਆਏ ਆ, ਬੱਚਾ ਆਈਲੈਟਸ ਰਿਪੀਟ ਕਰ ਸਕਦਾ ਹੈ ਜੇ ਬੱਚੇ ਨੇ ਜਨਵਰੀ ਇਨਟੇਕ ਲਈ ਜਾਣਾ ਹੈ। ਤੇ ਵੈਸੇ ਇਸ ਆਈਲੈਟਸ ਸਕੋਰ ਤੇ ਬੱਚਾ ਅਪਲਾਈ ਕਰ ਸਕਦਾ ਹੈ, ਵੀਜ਼ਾ ਵੀ ਨਿਕਲ ਜੂਗਾ। ਬਟ ਫਿਰ ਵੀ ਬੱਚੇ ਨੂੰ ਲੱਗਦਾ ਹੈ ਕਿ ਮੇਰੇ ਜਿਵੇਂ 2 ਚੋਂ 5.5 ਹੈ, ਜੇ 1 ਚੋਂ 5.5 ਰਹਿ ਜਾਣ ਕੋਈ ਗੱਲ ਨਹੀਂ ਹੈ, ਬਾਕੀ ਬੱਚਾ 6 ਆਪਣੇ ਲੈ ਲਵੇ, ਤਾਂ ਕਿ ਆਪਾਂ ਵਧੀਆ ਕਾਲਜ ਜਿਹੜਾ ਬੱਚੇ ਨੂੰ ਸੁਜੈਸਟ ਕਰ ਸਕੀਏ, ਵਧੀਆ ਕੋਰਸ ਸੁਜੈਸਟ ਕਰ ਸਕੀਏ। ਬਟ ਇਸ ਆਈਲੈਟਸ ਸਕੋਰ ਤੇ ਵੀ ਬੱਚਾ ਅਪਲਾਈ ਕਰਨਾ ਚਾਹੁੰਦਾ ਤੇ ਅਪਲਾਈ ਕਰ ਸਕਦਾ ਹੈ ਜੀ। ਹੁਣ ਜਿਵੇਂ ਪਹਿਲਾਂ ਹੁੰਦਾ ਸੀ ਜੀ ਓਵਰਆਲ 1 ਚੋਂ 5.5 ਨੂੰ ਸਿਰਫ ਕਿਊਬਿਕ ਐਡਮਿਸ਼ਨ ਮਿਲਦੀ ਸੀ, ਹੁਣ ਬੱਚੇ ਥੋੜੇ ਸਿਨੈਰੀਓ ਕਰਕੇ ਕਿਊਬਿਕ ਦਾ ਜਿਵੇਂ ਥੋੜੇ ਡਰੇ ਹੋਏ ਆ ਜੀ, ਹੋਰ ਪਾਸੇ ਆਪਸ਼ਨ ਚਾਹੁੰਦੇ ਨੇ, ਕਿੱਥੇ ਹੈਗੀ? ਅਮਨ ਜੀ ਕਿਊਬਿਕ ਲਈ ਵੀ ਬੱਚੇ ਜਿਹੜੇ ਡਰੇ ਹੋਏ ਆ, ਡਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਬੱਚਿਆਂ ਦੇ ਮਾਈਂਡ ਦੇ ਵਿੱਚ ਇੱਕ ਆ ਗਿਆ ਕਿ ਕਿਊਬਿਕ ਦੇ ਕਾਲਜ ਜਿਹੜੇ ਇਨਵੈਸਟੀਗੇਸ਼ਨ 'ਚ ਗਏ ਸੀ, ਸਗੋਂ ਇਹ ਤੁਹਾਡੇ ਲਈ ਫੇਵਰ ਚੀਜ਼ ਹੋਈ ਹੈ ਕਿ ਇਨਵੈਸਟੀਗੇਸ਼ਨ 'ਚ ਕਾਲਜ ਗਏ ਸੀ। ਹੁਣ ਅੱਗੇ ਤੋਂ ਕਾਲਜ ਤੁਹਾਡੇ ਨਾਲ ਫੇਅਰ ਕੰਮ ਕਰਨਗੇ, ਫੇਅਰ ਕੰਮ ਹੋਊਗਾ। ਦੂਸਰੀ ਗੱਲ ਆ ਕਿ ਅਦਰ ਆਪਸ਼ਨ ਕਾਫੀ ਹੈਗੀਆਂ, ਪ੍ਰਿੰਸ ਐਡਵਰਡ ਹੈਗਾ ਸਾਡੇ ਕੋਲ, ਨੋਵਾ ਸਕੋਸ਼ੀਆ ਹੈਗਾ ਜਿੱਥੇ ਘੱਟ ਆਈਲੈਟ ਸਕੋਰ ਤੇ ਬੱਚੇ ਅਪਲਾਈ ਕਰ ਸਕਦੇ ਨੇ, ਸਕੈਚਵਨ ਹੈਗਾ, ਕਾਫੀ ਯੂਨੀਵਰਸਿਟੀਜ਼ ਹੈਗੀਆਂ ਜੇ ਬੱਚੇ ਦਾ ਅੱਛਾ ਇੰਗਲਿਸ਼ ਸਕੋਰ ਆ ਤੇ
ਵਿਦਆਊਟ ਆਈਲੈਟਸ ਵੀ ਹਾਇਰ ਐਜੂਕੇਸ਼ਨ ਲਈ ਅਪਲਾਈ ਕਰ ਸਕਦਾ ਹੈ। ਜਿਵੇਂ 80% ਵਾਲੇ ਬੱਚੇ ਜਾਂ 85% ਵਾਲੇ ਆ, ਵਿਦਆਊਟ ਆਈਲੈਟਸ ਵੀ ਸਕੈਚਵਨ ਯੂਨੀਵਰਸਿਟੀ ਹੈ ਜਿਹੜੀ ਐਡਮਿਸ਼ਨ ਦੇਣ ਨੂੰ ਤਿਆਰ ਆ। ਕੰਡੀਸ਼ਨਲ ਆਫਰ ਲੈਟਰ ਤੇ ਤੁਸੀਂ ਆਪਣਾ ਜਿਹੜਾ ਹੈ ਆਪਾਂ ਆਈਲੈਟਸ ਬਾਅਦ ਚ ਵੀ ਅਪਡੇਟ ਕਰ ਸਕਦੇ ਆ। ਤੇ ਇਸ ਕਰਕੇ ਬੱਚਿਆਂ ਕੋਲ ਬਹੁਤ ਸਾਰੀਆਂ ਆਪਸ਼ਨ ਆ, ਬਟ ਕਿਊਬਿਕ ਤੋਂ ਕਿਸੇ ਵੀ ਤਰ੍ਹਾਂ ਦਾ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਬੱਚਿਆਂ ਨੂੰ ਇਨਵੈਸਟੀਗੇਸ਼ਨ ਚ ਕਾਲਜ ਦਾ ਜਾਣਾ ਇੱਕ ਡਿਫਰੈਂਟ ਮੈਟਰ ਹੈ, ਔਰ ਉੱਥੋਂ ਦੀ ਗਵਰਨਮੈਂਟ ਵੱਲੋਂ ਜਿਹੜੇ ਤੁਹਾਨੂੰ ਵੀਜ਼ਾਸ ਪ੍ਰੋਵਾਈਡ ਕੀਤੇ ਜਾਂਦੇ ਆ, ਉੱਥੋਂ ਦੀਆਂ ਜਿਹੜੀਆਂ ਫੈਸਿਲਿਟੀਜ਼ ਆ ਉਹਨਾਂ 'ਚ ਕੋਈ ਹੇਰ-ਫੇਰ ਨਹੀਂ ਹੋਈ, ਕੋਈ ਬਦਲਾਵ ਨਹੀਂ ਹੈ। ਇਸ ਕਰਕੇ ਤੁਸੀਂ ਕਿਊਬਿਕ ਬਿਨਾਂ ਡਰ ਬਿਨਾਂ ਝਿਜਕ ਅਪਲਾਈ ਕਰ ਸਕਦੇ ਹੋ। ਉਹ ਇੱਕ ਦੌਰ ਸੀ, ਇੱਕ ਸਮਾਂ ਸੀ, ਬੱਚਿਆਂ ਦੇ ਜੇ ਰਿਜ਼ਲਟ ਪੈਂਡੈਂਸੀ 'ਚ ਗਏ ਆ, ਕੋਈ ਰੀਜ਼ਨਸ ਰਹੇ ਸੀਗੇ ਬੱਚਿਆਂ ਦੇ, ਕੋਈ ਕਾਲਜ ਕਰਕੇ ਆਪਾਂ ਨਹੀਂ ਕਹਿ ਸਕਦੇ ਕਿ ਬੱਚੇ ਸਾਰੇ ਪੈਂਡੈਂਸੀ 'ਚ ਕਾਲਜ ਕਰਕੇ ਗਏ ਆ। ਕਿਊਬਿਕ ਤੁਸੀਂ ਬਿਨਾਂ ਝਿਜਕ ਅਪਲਾਈ ਕਰ ਸਕਦੇ ਹੋ ਜੀ। ਸੋ ਇੱਥੇ ਤੁਹਾਨੂੰ ਕੁਝ ਸਟੂਡੈਂਟਸ ਨਾਲ ਵੀ ਮਿਲਾਉਣਾ ਚਾਹੁੰਦੇ ਹਾਂ ਜੀ, ਜਿਹੜੇ ਆਲਰੇਡੀ ਪਹਿਲਾਂ ਸਰਵਿਸਿਜ਼ ਲੈ ਚੁੱਕੇ ਨੇ CFC ਤੋਂ, ਕਿਉਂਕਿ ਕੰਪਨੀ ਬਾਰੇ ਜਾਣਕਾਰੀ ਜਿੰਨੀ ਵਧੀਆ ਸਟੂਡੈਂਟ ਦੇ ਸਕਦੇ ਨੇ ਉਨੀ ਵਧੀਆ ਅਸੀਂ ਵੀ ਨਹੀਂ ਤੁਹਾਡੇ ਤੱਕ ਪਹੁੰਚਾ ਪਾਉਂਦੇ। ਆਓ ਜਿਨ੍ਹਾਂ ਨੇ ਪ੍ਰੈਕਟੀਕਲ ਐਕਸਪੀਰੀਅੰਸ ਲਿਆ ਉਹਨਾਂ ਨੂੰ ਮਿਲ ਕੇ ਜਾਣਦੇ ਹਾਂ ਕੀ ਐਕਸਪੀਰੀਅੰਸ ਰਿਹਾ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਕੌਰ ਕ੍ਰੈਡਿਟ ਫਿਊਚਰ ਕਾਉਂਸਲਰ ਫੇਸ 8 ਮੋਹਾਲੀ ਤੋਂ, ਤੇ ਮੇਰੇ ਸਟੂਡੈਂਟ ਖੁਸ਼ਨੀਤ ਕੌਰ ਦਾ ਵੀਜ਼ਾ ਹੈ ਕੈਨੇਡਾ ਦਾ ਮਈ ਇਨਟੇਕ ਲਈ, ਤੇ ਮੈਂ ਇਹਨਾਂ ਨੂੰ ਮੁਬਾਰਕਾਂ ਦੇਣਾ ਚਾਹੁੰਦੀ ਹਾਂ ਐਂਡ ਇਹਨਾਂ ਨੂੰ ਵੀਜ਼ਾ ਹੈਂਡਓਵਰ ਕਰਨਾ ਚਾਹੁੰਦੀ ਹਾਂ। ਕੰਗ੍ਰੈਚੁਲੇਸ਼ਨਸ ਮੈਮ। ਥੈਂਕ ਯੂ। ਤੁਹਾਨੂੰ ਮੇਰੀਆਂ ਸਰਵਿਸਿਜ਼ ਕਿਵੇਂ ਲੱਗੀਆਂ, ਪਲੀਜ਼ ਥੋੜਾ ਟੈਲ ਮੀ। ਇਹਨਾਂ ਦੀ ਸਰਵਿਸਿਜ਼ ਬਹੁਤ ਵਧੀਆ। ਮੇਰਾ ਵੀਜ਼ਾ ਮਈ ਇਨਟੇਕ ਦਾ ਸੀਗਾ ਤੇ ਜਲਦੀ ਆ ਗਿਆ। ਥੈਂਕ ਯੂ। ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਟੂਡੈਂਟ ਸੁਖਦੀਪ ਸਿੰਘ ਦੀ ਕੈਨੇਡਾ ਤੋਂ AIP ਆਈ ਆ। ਮੈਂ ਇਹਨਾਂ ਨੂੰ ਇਹਨਾਂ ਦੀ AIP ਜਿਹੜੀ ਹੈ ਹੈਂਡਓਵਰ ਕਰਨਾ ਚਾਹ ਰਹੀ ਹਾਂ ਤੇ ਇਹ ਆਪਣਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕਰਨਗੇ। ਕੰਗ੍ਰੈਚੁਲੇਸ਼ਨ। ਥੈਂਕ ਯੂ ਮੈਮ। ਮੇਰਾ ਨਾਮ ਸੁਖਦੀਪ ਸਿੰਘ ਹੈ ਜੀ ਤੇ ਮੈਂ ਮਾਨਸਾ ਤੋਂ ਬਿਲੋਂਗ ਕਰਦਾ। ਮੈਂ ਆਪਣੀ +2 2017 ਚ ਕਮਰਸ ਸਟਰੀਮ ਤੋਂ ਕਰੀ ਸੀਗੀ, ਤਾਂ ਉਦੋਂ ਬਾਅਦ ਮੈਂ ਆਪਣੀ ਫੈਡ ਅਪਲਾਈ ਕਰਨਾ ਚਾਹੁੰਦਾ ਸੀ, ਤਾਂ ਉਦੋਂ ਹੀ ਮੈਂ ਜੋ ਕਿ CFC ਦੀ ਐਡ ਦੇਖੀ ਤਾਂ ਮੈਂ ਵਿਜ਼ਿਟ ਕੀਤਾ। ਮੈਨੂੰ ਆਉਣ ਮੈਮ ਨੇ ਬਹੁਤ ਵਧੀਆ ਗਾਈਡ ਕੀਤਾ। ਇਹਨਾਂ ਦੀ ਗਾਈਡੈਂਸ ਤੋਂ ਬਾਅਦ ਮੈਂ ਆਪਣਾ ਕੇਸ ਅਪਲਾਈ ਕੀਤਾ। ਸੋ ਫਾਈਨਲੀ ਅੱਜ ਮੇਰੇ ਕੋਲ ਮੇਰੀ AIP ਹੈ ਜੀ। ਸੋ ਜੇ ਕਿਸੇ ਦਾ ਗੈਪ ਆ ਜਾਂ 1 ਚੋਂ 5.5 ਬੈਂਡ ਸਕੋਰ ਆ ਤਾਂ ਇੱਕ ਵਾਰੀ CFC ਜ਼ਰੂਰ ਵਿਜ਼ਿਟ ਕਰਨ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਕੌਰ CFC ਤੋਂ, ਤੇ ਮੇਰੇ ਸਟੂਡੈਂਟ ਲਖਾਨੀ ਦਾ ਅੱਜ ਵੀਜ਼ਾ ਆਇਆ ਹੈ। ਇਹਨਾਂ ਨੇ 2017 ਦੇ ਵਿੱਚ ਜਿਹੜੀ ਕਿ ਆਪਣੀ +2 ਕੀਤੀ ਸੀ, ਉਸ ਤੋਂ ਬਾਅਦ ਗੈਪ ਸੀਗਾ। ਇਹਨਾਂ ਦਾ ਆਈਲੈਟਸ ਸਕੋਰ ਵੀ ਜਿਹੜਾ 1 ਚੋਂ 5.5 ਸੀਗੇ। ਔਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਟੂਡੈਂਟ ਦਾ ਜਿਹੜਾ ਕਿ ਆਹ ਪੀਰੀਅਡ ਚੱਲ ਰਿਹਾ ਲੋਕਡਾਊਨ ਵਾਲਾ, ਸਾਡਾ ਪੈਂਡੇਮਿਕ ਜਿਹੜੀ COVID-19 ਡਿਊਰਿੰਗ ਵੀਜ਼ਾ ਆਇਆ ਸਾਡੇ ਸਟੂਡੈਂਟਸ ਦਾ। ਤੇ ਅੱਜ ਮੈਂ ਆਪਣੇ ਸਟੂਡੈਂਟ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ। ਕਾਫੀ ਅਫਵਾਹਾਂ ਸੁਣੀਆਂ ਸੀ ਸਾਡੀ ਕੰਪਨੀ ਨੂੰ ਲੈ ਕੇ, ਕਾਫੀ ਲੋਕਾਂ ਨੇ ਇਹਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ ਸੀਗੀ, ਪਰ ਲਖਾਨੀ ਨੇ ਸਾਡੇ ਤੇ ਵਿਸ਼ਵਾਸ ਰੱਖਿਆ ਔਰ ਸਾਡੇ ਸਟਾਫ ਤੇ ਵਿਸ਼ਵਾਸ ਰੱਖਿਆ। ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ। ਜਿਹੜਾ ਅਸੀਂ ਅੱਜ ਵੀਜ਼ਾ ਲਿਆ ਹੈ ਇਹ ਮੈਂ ਹੈਂਡਓਵਰ ਕਰਨ ਜਾ ਰਹੀ ਹਾਂ। ਲਖਾਨੀ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਬਹੁਤ ਬਹੁਤ। ਤੇ ਦੱਸੋ ਤੁਹਾਡਾ ਕੀ ਐਕਸਪੀਰੀਅੰਸ ਰਿਹਾ, ਤੁਹਾਨੂੰ ਕਿਵੇਂ ਲੱਗਿਆ ਹੈ? ਮੈਮ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਸੀ। ਲੋਕਡਾਊਨ ਦੇ ਵਿੱਚ ਮੇਰਾ ਵੀਜ਼ਾ ਆਇਆ ਤੇ ਬਹੁਤ ਵਧੀਆ ਇੱਥੋਂ ਦਾ ਸਟਾਫ ਆ, ਬੜਾ ਕੋਆਪਰੇਟਿਵ ਸਟਾਫ ਆ, ਤੇ ਮੈਂ ਬਹੁਤ ਬਹੁਤ ਥੈਂਕ ਯੂ ਕਹਿਣਾ ਚਾਹੂੰਗਾ ਮੈਡਮ ਜੀ। ਮੈਂ ਗੁਰਪ੍ਰੀਤ CFC ਫੇਸ 2 ਮੋਹਾਲੀ ਤੋਂ, ਤੇ ਜਗਦੀਪ ਮੇਰੇ ਸਟੂਡੈਂਟਸ ਨੇ ਜਿਨ੍ਹਾਂ ਦਾ ਵੀਜ਼ਾ ਆਇਆ, ਤੇ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਤੇ ਮੈਂ ਆਪਣੇ ਸਟੂਡੈਂਟਸ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੇਰੀ ਸਰਵਿਸਿਜ਼ ਬਾਰੇ ਤੇ ਆਪਣੇ ਪ੍ਰੋਫਾਈਲ ਬਾਰੇ ਖੁਦ ਹੀ ਦੱਸਣ ਆਪਣਾ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਜਗਦੀਪ ਸਿੰਘ ਤੇ ਮੈਂ ਆਪਣੀ +2 2018 ਦੇ ਵਿੱਚ ਪਾਸ ਆਊਟ ਕੀਤੀ ਸੀ। ਉਸ ਤੋਂ ਬਾਅਦ ਮੈਂ ਆਪਣੀ ਫਾਈਲ ਕੈਨੇਡਾ ਦੀ ਲਾਈ ਤੇ ਮੇਰੀ 2 ਵਾਰ ਰਿਫਿਊਜ਼ ਹੋਈ, ਤੇ ਦੇਸ਼ ਪ੍ਰਦੇਸ਼ ਤੇ ਮੈਂ ਇਹਨਾਂ ਦੀ ਵੀਡੀਓ ਦੇਖੀ ਤੇ ਉਹਨਾਂ ਦੀ ਰੈਫਰੈਂਸ ਨਾਲ ਮੈਂ ਇਹਨਾਂ ਕੋਲ ਵਿਜ਼ਿਟ ਕੀਤਾ। ਸਟਾਫ ਬਹੁਤ ਕੋਆਪਰੇਟਿਵ ਆ ਐ, ਸਾਨੂੰ ਸਰਵਿਸਿਜ਼ ਬਹੁਤ ਵਧੀਆ ਲੱਗੀਆਂ ਜੀ। ਧੰਨਵਾਦ ਕਰਦੇ ਇਹਨਾਂ ਦਾ ਬਹੁਤ। ਮੈਂ ਫਾਦਰ ਸਾਹਿਬ ਨੂੰ ਵੀ ਬੇਨਤੀ ਕਰੂੰਗੀ ਉਹ ਥੋੜਾ ਜਿਹਾ ਸਾਡੇ ਲਈ ਬੋਲਣ ਕਿ ਉਹਨਾਂ ਨੂੰ ਕਿਵੇਂ ਲੱਗਿਆ। ਸਾਡਾ ਪਹਿਲਾਂ ਜੀ 2 ਵਾਰੀ ਕੈਨੇਡਾ ਤੋਂ ਵੀਜ਼ਾ ਕਲੀਅਰ ਹੋ ਚੁੱਕਿਆ ਸੀ। ਅਸੀਂ ਮੈਡਮ ਕੋਲ ਆਏ, ਮੈਡਮਾਂ ਨਾਲ ਆਪਣੀ ਗੱਲਬਾਤ ਕੀਤੀ ਤੇ ਸਾਨੂੰ ਡਰਾਇਆ ਬਹੁਤ ਜੀ ਵੀ ਉੱਥੇ ਆਏ ਆ ਜੀ, ਤੁਸੀਂ ਫਸ ਗਏ ਜੀ, ਤੁਹਾਡੇ ਨਾਲ ਤਾਂ ਠੱਗੀ। ਕੋਈ ਸਾਡੇ ਨਾਲ ਠੱਗੀ ਨਹੀਂ ਹੋਈ। ਮੈਡਮ ਨੇ ਫੀਸ ਆਪਣੇ ਪੱਲੇ ਤੋਂ ਪੇ ਕਰੀ ਹੈ ਜੀ ਪਹਿਲਾਂ ਆਸਟ੍ਰੇਲੀਆ, ਸਾਨੂੰ ਵੀਜ਼ਾ ਦੇ ਕੇ ਪ੍ਰੋਵਾਈਡ ਕਰਾ ਕੇ ਉਹ ਤੋਂ ਬਾਅਦ ਅਸੀਂ ਦੇਣੇ ਨੇ ਜੀ ਪੈਸੇ। ਉਨ੍ਹਾਂ ਕੋ ਡਾਈ ਜਾਈਏ ਭਰਾ ਵੀ ਠੱਗੀ ਮਾਰਦੇ ਨੇ, ਆ ਮਾਰਦੇ ਨੇ। ਸੋ ਉਹਨਾਂ ਲੋਕਾਂ ਨੂੰ ਬੇਨਤੀ ਆ ਵੀ ਇਕਣੇ ਨਾ ਕਿਸੇ ਦਾ ਆਪਾਂ ਕਿਸੇ ਛਵੀ ਨੂੰ ਖਰਾਬ ਕਰੀਏ। ਜੋ ਕੰਮ ਸਹੀ ਆ, ਠੀਕ ਆ, ਉਹ ਠੀਕ ਨੂੰ ਠੀਕ ਹੀ ਕਿਹਾ ਜਾਵੇ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਕੌਰ ਕ੍ਰੈਡਿਟ ਫਿਊਚਰ ਕਾਉਂਸਲਰ ਫੇਸ 8 ਮੋਹਾਲੀ ਤੋਂ, ਤੇ ਮੇਰੇ ਸਟੂਡੈਂਟ ਖੁਸ਼ਨੀਤ ਕੌਰ ਦਾ ਵੀਜ਼ਾ ਹੈ ਕੈਨੇਡਾ ਦਾ ਮਈ ਇਨਟੇਕ ਲਈ, ਤੇ ਮੈਂ ਇਹਨਾਂ ਨੂੰ ਮੁਬਾਰਕਾਂ ਦੇਣਾ ਚਾਹੁੰਦੀ ਹਾਂ ਐਂਡ ਇਹਨਾਂ ਨੂੰ ਵੀਜ਼ਾ ਹੈਂਡਓਵਰ ਕਰਨਾ ਚਾਹੁੰਦੀ ਹਾਂ। ਕੰਗ੍ਰੈਚੁਲੇਸ਼ਨਸ ਮੈਮ। ਥੈਂਕ ਯੂ। ਤੁਹਾਨੂੰ ਮੇਰੀਆਂ ਸਰਵਿਸਿਜ਼ ਕਿਵੇਂ ਲੱਗੀਆਂ, ਪਲੀਜ਼ ਥੋੜਾ ਟੈਲ ਮੀ। ਇਹਨਾਂ ਦੀ ਸਰਵਿਸਿਜ਼ ਬਹੁਤ ਵਧੀਆ। ਮੇਰਾ ਵੀਜ਼ਾ ਮਈ ਇਨਟੇਕ ਦਾ ਸੀਗਾ ਤੇ ਜਲਦੀ ਆ ਗਿਆ। ਥੈਂਕ ਯੂ।
ਸੋ ਇਹ ਸੀਗਾ ਜੀ ਕੋਈ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ। ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆਉਂਦਾ ਹੈ ਡਾਇਰੈਕਟਲੀ ਹੁਣ ਇਹਨਾਂ ਤੱਕ ਅਪਰੋਚ ਕੀਤੀ ਜਾ ਸਕਦੀ ਹੈ, ਕਿਉਂਕਿ ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ ਡਿਸਕਸ਼ਨ ਅੱਗੇ ਵਧਾਉਣ ਦੇ ਲਈ। ਬਟ ਮੈਮ ਸ਼ੋਅ 'ਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਧੰਨਵਾਦ ਸਾਰੇ ਦਰਸ਼ਕਾਂ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।